सज्जनों तो मित्रों तो बेलियो अस्सलाम वालेकुम रहमतुल्लाह। ते अज असीं जनाब जी हवेली च आ गए हैं जनाब जी। तो जिन्हां वीरां ने मज्झां गावां भेड़ बकरियां रखियां ने उन्होंने चाहिए चंद एक चीज़ां गर्मी दे विच जिहड़ा बड़ा ही उन्होंने ख्याल करना चाहिए। जिवें ए वेखदे पे जे मेरे पिछे ए सारे माशाअल्लाह जिहड़े ने ये जानवर जिहड़े ने ये बज्झे दे ने। ते तुसीं इस गर्मी के मौसम दे विच ਜਿਹੜੇ ਤੁਹਾਡੇ ਗੱਭਣ ਜਾਨਵਰ ਨੇ ਉਹਨਾਂ ਨੂੰ ਵੱਖਰਿਆਂ ਕਰੋ, ਦੁੱਧ ਵਾਲੇ ਨੂੰ ਵੱਖਰਿਆਂ ਕਰੋ, ਜਿਹੜੇ ਬਿਲਕੁਲ ਦੁੱਧ ਨਹੀਂ ਦੇ ਰਹੇ ਉਹਨਾਂ ਨੂੰ ਵੱਖਰਿਆਂ ਕਰੋ, ਛੋਟੇ ਜਾ ਜਿਹੜੇ ਨੇ ਉਹਨਾਂ ਨੂੰ ਵੱਖਰਿਆਂ ਰੱਖੋ ਤਾਂ ਕਿ ਇਸ ਕੈਟਾਗਰੀ ਦੇ ਵਿੱਚ ਹਰ ਜਾਨਵਰ ਨੂੰ ਉਹਦੀ ਬਾਡੀ ਦੇ ਮੁਤਾਬਕ ਉਹਦੀ ਜਿਹੜੀ ਰਿਕੁਆਇਰਮੈਂਟ ਹੈ, ਜਿਸਮ ਦੀ ਜ਼ਰੂਰਤ ਹੈ, ਉਹਦੇ ਮੁਤਾਬਕ ਜਿਹੜਾ ਉਹਨੂੰ ਖੁਰਾਕ ਮਿਲੇ। ਤੇ ਜੇ ਤੁਸੀਂ ਜਿਸਮ ਦੇ ਮੁਤਾਬਕ ਖੁਰਾਕ ਨਹੀਂ ਪਾਉਂਦੇ ਹੋ, ਇੱਕ ਦੇਖੋ ਨਾ ਇਹ ਜਿਹੜੀਆਂ ਸਾਰੀਆਂ ਮੱਝਾਂ ਨੇ ਇਹਨਾਂ ਵਿੱਚੋਂ ਇਹ ਦੇਖ ਲਓ ਜੀ ਜਿਹੜੀਆਂ ਮੱਝਾਂ ਨੇ, ਕੁਛ ਮੱਝਾਂ ਗੱਭਣ ਨੇ, ਕੁਛ ਜਿਹੜੀਆਂ ਨੇ ਗਾਵਾਂ ਉਹ ਖਾਲੀ ਨੇ, ਕੁਛ ਛੋਟੀਆਂ ਨੇ, ਕੁਛ ਵੱਡੀਆਂ ਨੇ। ਤੇ ਜੇ ਤੁਸੀਂ ਸਾਰਿਆਂ ਜਾਨਵਰਾਂ ਨੂੰ ਇੱਕੋ ਜਿਹਾ ਤੁਸੀਂ ਪੱਠੇ ਹਰੇ ਜਿਹੜੇ ਨੇ ਉਹ ਪਾਉਂਦੇ ਜੇ ਇੱਕੋ ਜਿਹੇ, ਤੇ ਫਿਰ ਜਾਨਵਰ ਦੀ ਗਰੋਥ ਜਿਹੜੀ ਹੈ ਉਹ ਘੱਟ ਰਹਿੰਦੀ ਹੈ। ਜਿਹੜੇ ਦੁੱਧ ਵਾਲੇ ਜਾਨਵਰ ਨੇ, ਜਿਹੜੇ ਦੁੱਧ ਦਿੰਦੇ ਪਏ ਨੇ, ਉਹਨਾਂ ਦੀ ਜ਼ਾਹਿਰੀ ਗੱਲ ਹੈ ਜਿਸਮਾਨੀ ਜ਼ਰੂਰਤ ਜ਼ਿਆਦਾ, ਕਿਉਂਕਿ ਉਹ ਜਿਸਮ ਦੇ ਵਿੱਚੋਂ ਜਿਹੜਾ ਜਿਹੜੇ ਨਿਊਟਰੀਐਂਟਸ ਨੇ, ਜਿਹੜੇ ਜਾਨਵਰ ਪੱਠੇ ਖਾਂਦਾ ਪਿਆ ਉਹਨਾਂ ਵਿੱਚ ਜਿਹੜੇ ਨੇ ਕਾਰਬੋਹਾਈਡਰੇਟਸ ਨੇ, ਵਿਟਾਮਿਨ ਨੇ, ਫੈਟ ਨੇ, ਮਿਨਰਲਸ ਨੇ, ਵਾਟਰ ਨੇ, ਪ੍ਰੋਟੀਨ ਹੈ, ਇਹ ਸਾਰੀਆਂ ਸ਼ੈਵਾਂ ਜਿਹੜੀਆਂ ਨੇ ਜਿਸਮ ਦੀ ਜ਼ਰੂਰਤ ਹੈ। ਤੇ ਇਹ ਅਗਰ ਜ਼ਰੂਰਤ ਤੁਸੀਂ ਜਾਨਵਰ ਦੀ ਉਹਦੇ ਜਿਸਮ ਦੇ ਮੁਤਾਬਕ ਅਗਰ ਤੁਸੀਂ ਉਹਨੂੰ ਪੱਠੇ ਪਾਓਗੇ ਤੇ ਫਿਰ ਜਾਨਵਰ ਜਿਹੜਾ ਉਹ ਤੁਹਾਨੂੰ ਪਰਫਾਰਮੈਂਸ ਦੇਗਾ, ਤੁਹਾਨੂੰ ਦੁੱਧ ਦੇਗਾ, ਛੋਟੇ ਜਾ ਜਿਹੜੇ ਨੇ ਉਹ ਜਲਦੀ ਜਵਾਨ ਹੋਣਗੇ। ਤੇ ਜੇ ਤੁਸੀਂ ਜਾਨਵਰ ਨੂੰ ਉਹਦੇ ਜਿਸਮ ਦੇ ਮੁਤਾਬਕ ਪੱਠੇ ਨਾ ਪਾਏ, ਉਹਦੀ ਸਹੀ ਤਰ੍ਹਾਂ ਰਖਵਾਲੀ ਨਾ ਕੀਤੀ, ਤੇ ਫਿਰ ਜਾਨਵਰ ਵਿਚਾਰਾ ਉਹ ਛੋਟਾ ਰਹਿ ਜਾਂਦਾ ਹੈ, ਕਦ ਕਾਠ ਨਹੀਂ ਕਰਦਾ, ਦੁੱਧ ਵਾਲਾ ਜਾਨਵਰ ਦੁੱਧ ਨਹੀਂ ਦਿੰਦਾ। ਇਸ ਵਾਸਤੇ ਤੁਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਪੂਰਾ ਯਕੀਨ ਕਰਨਾ। ਤੇ ਉਹ ਵੇਖ ਰਹੇ ਜੇ ਪਿੱਛੇ ਇਹ ਖੁਰਲੀ ਹੈ, ਤੇ ਖੁਰਲੀ ਦੇ ਤੁਸੀਂ ਵੇਖ ਰਹੇ ਦੀਵਾਰ ਹੈ, ਤੇ ਇੱਟਾਂ ਦੇ ਵਿੱਚ ਇਹ ਜਿਹੜੀਆਂ ਨੇ ਇੱਟਾਂ ਮੈਂ ਤੁਹਾਨੂੰ ਦੱਸਣਾ, ਇੱਟਾਂ ਵਿੱਚ ਇਹ ਜਿਹੜੀਆਂ ਦਰਜ਼ਾਂ ਨੇ ਨਾ, ਇਹ ਵੇਖੋ ਇਹ ਜਿਹੜੀਆਂ ਦਰਜ਼ਾਂ ਨੇ, ਇਹਨਾਂ ਦੇ ਵਿੱਚ ਖਾਸ ਤੌਰ 'ਤੇ ਗਰਮੀਆਂ ਦੇ ਵਿੱਚ ਚਿੱਚੜ ਇੰਤਹਾ ਦੇ ਜਿਹੜੇ ਨੇ ਉਹ ਆ ਜਾਂਦੇ ਨੇ। ਤੇ ਇਹ ਚਿੱਚੜ ਤੁਹਾਡੇ ਜਾਨਵਰ ਦਾ ਖੂਨ ਚੂਸਦੇ ਪਏ ਨੇ, ਜਾਨਵਰ ਦੇ ਵਿੱਚ ਐਨੀਮੀਆ ਜਿਹੜਾ ਖੂਨ ਦੀ ਕਮੀ ਉਹ ਕਰਦੇ ਨੇ। ਤੇ ਜਿਸ ਟਾਈਮ ਜਾਨਵਰ ਦੇ ਜਿਸਮ ਦੇ ਵਿੱਚ ਖੂਨ ਦੀ ਕਮੀ ਹੋਏਗੀ ਤੇ ਫਿਰ ਜਾਨਵਰ ਜਿਹੜਾ ਉਹ ਵੱਧਦਾ ਫੁੱਲਦਾ ਨਹੀਂ, ਉਹ 'ਚ ਕਮੀ ਰਹਿੰਦੀ ਹੈ। ਉਹ ਤੁਸੀਂ ਇੱਕ ਤਾਂ ਚਿੱਚੜਾਂ ਦਾ ਬੜਾ ਕੰਟਰੋਲ ਕਰੋ, ਥੱਲੇ ਸਫਾਈ ਖਾਸ ਤੌਰ 'ਤੇ ਜਿਹੜੀ ਸਫਾਈ ਹੈ ਨਾ ਉਹ ਤੁਸੀਂ ਯਕੀਨੀ ਬਣਾਓ, ਖੁਸ਼ਕ ਮਾਹੌਲ ਲਵੋ। ਤੇ ਗਰਮੀ ਦੇ ਵਿੱਚ ਹਬਸ ਦਾ ਮੌਸਮ, ਕਿਉਂਕਿ ਹੁਣ ਜਿਹੜਾ ਜੁਲਾਈ ਦਾ ਮਹੀਨਾ ਹੈ ਤੇ ਇਹਦੇ ਵਿੱਚ ਹਬਸ ਜਿਹੜਾ ਉਹ ਬਹੁਤ ਜ਼ਿਆਦਾ ਹੋ ਜਾਂਦਾ, ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਹਬਸ ਦੇ ਮੌਸਮ ਦੇ ਵਿੱਚ। ਖਾਸ ਤੌਰ ਗਰਮੀ ਜਿਸ ਤਰ੍ਹਾਂ ਸ਼ਦੀਦ ਪੈਂਦੀ ਹੈ, ਹਬਸ ਦਾ ਮੌਸਮ ਹੁੰਦਾ। ਤੇ ਜਿਹੜੇ ਦੁੱਧ ਵਾਲੇ ਜਾਨਵਰ ਨੇ ਉਹ ਤੁਹਾਡਾ ਦੁੱਧ ਘਟਾ ਜਾਂਦੇ ਨੇ, ਤੁਸੀਂ ਪਰੇਸ਼ਾਨ ਹੁੰਦੇ ਹੋ, ਜਾਨਵਰ ਰੱਜ ਕੇ ਪੱਠੇ ਨਹੀਂ ਖਾਂਦਾ। ਤੇ ਕੋਸ਼ਿਸ਼ ਕਰੋ ਪੱਠੇ ਜਾਨਵਰ ਨੂੰ ਉਸ ਟਾਈਮ ਪਾਵੋ ਜਿਸ ਟਾਈਮ ਜਾਨਵਰ ਰਿਲੈਕਸ ਹੈ, ਹਵਾ ਚੱਲਦੀ ਪਈ ਆ, ਸੁਬਾਹ ਦੇ ਟਾਈਮ, ਜਾਂ ਤੁਸੀਂ ਸ਼ਾਮ ਨੂੰ ਜਿਸ ਟਾਈਮ ਮੌਸਮ ਬਿਲਕੁਲ ਠੰਡਾ ਹੋ ਜਾਏ ਉਸ ਟਾਈਮ ਪੱਠੇ ਪਾਓ। ਖੁਰਲੀਆਂ ਦੀ ਚੰਗੀ ਤਰ੍ਹਾਂ ਸਫਾਈ ਕਰੋ, ਹੱਥ ਮਾਰਿਆ ਕਰੋ। ਪੱਠੇ ਜਿਹੜੇ ਨੇ ਉਹਨਾਂ ਵਿੱਚ ਚੰਗੀ ਤਰ੍ਹਾਂ ਹੱਥ ਮਾਰ ਕੇ ਵੇਖੋ। ਜਿਵੇਂ ਇਹ ਵੇਖ ਰਹੇ ਜਨ, ਇਹ ਹੁਣ ਇਹ ਟੋਕਾ ਲੱਗਿਆ, ਇਹ ਟੋਕਾ ਲੱਗਿਆ, ਇਹ ਉੱਤੇ ਦਰਖਤ ਹੈ, ਇਹ ਦਰਖਤ ਦੇ ਉੱਤੇ ਜਿਹੜਾ ਕਰਕੇ ਉਹ ਇੱਕ ਚਿੜੀ ਨੇ ਆਪਣਾ ਆਲ੍ਹਣਾ ਜਿਹੜਾ ਉਹ ਬਣਾਇਆ ਦਾ, ਨੈਸਟ ਬਣਾਇਆ ਦਾ। ਤੇ ਤੁਹਾਨੂੰ ਪਤਾ ਚਿੜੀਆਂ ਦੀ ਆਦਤ ਹੁੰਦੀ ਹੈ ਜਿਸ ਟਾਈਮ ਇਹ ਆਂਡਿਆਂ 'ਤੇ ਆਉਂਦੀਆਂ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਸੂਈਆਂ, ਧਾਗੇ, ਕੋਈ ਵੀ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਨੇ ਜਾਂ ਕੱਖ ਜਿਹੜੀਆਂ ਉਹ ਲੈ ਕੇ ਆਉਂਦੀਆਂ ਨੇ, ਤੇ ਉਹ ਜਿੱਥੇ ਆਲ੍ਹਣਾ ਬਣਿਆ ਦਾ ਉਹਦੇ ਵਿੱਚ ਰੱਖਣਗੇ। ਤੇ ਜਿਵੇਂ ਇਹ ਵੇਖਣਾ ਇਹ TR ਦੀ ਛੱਤ 'ਤੇ ਇਹ ਵੇਖੋ ਨਾ, ਕੁਛ TR ਦੀ ਹੈ, ਕੁਛ ਲੋਹਾ ਹੈ। ਤੇ ਇਹ ਵੇਖ ਰਹੇ ਜੀ, ਅਗਰ ਇੱਥੇ ਛੋਟੇ ਛੋਟੇ ਆਲ੍ਹਣੇ ਬਣ ਜਾਣਗੇ ਚਿੜੀਆਂ ਦੇ, ਤੇ ਫਿਰ ਤੁਹਾਡੇ ਜਾਨਵਰਾਂ 'ਚ ਬੜਾ ਵੱਡਾ ਮਸਲਾ ਆਏਗਾ, ਜਿਹਨੂੰ ਅਸੀਂ ਕਹਿੰਦੇ ਹਾਂ ਨਾ ਫਾਰਨ ਬਾਡੀ ਕੇਸ ਦਾ ਮਸਲਾ ਜਿਹੜਾ ਉਹ ਆਏਗਾ। ਤੇ ਫਿਰ ਤੁਹਾਡੇ ਜਾਨਵਰ ਜਿਹੜੇ ਨੇ ਉਹ ਪਹਿਲਾਂ ਤਾਂ ਉਹ ਥੋੜ੍ਹਾ ਜਿਹੜੇ ਨੇ ਪੱਠੇ ਖਾਣਾ ਥੋੜ੍ਹੇ ਕਰ ਦੇਣਗੇ। ਅਗਰ ਉਹ ਸੂਈ ਜਿਹੜੀ ਹੈ ਰੈਟੀਕਿਊਲਮ ਦੀ 'ਚ ਹੁੰਦੀ ਆ, ਪਹਿਲਾਂ ਰੋਮਨ 'ਚ ਆਏਗੀ, ਰੋਮਨ 'ਚ ਫਿਰ ਰੈਟੀਕਿਊਲਮ 'ਚ ਜਾਏਗੀ, ਅੱਗੇ ਫਿਰ ਸੀਨੇ ਨੂੰ ਜਾ ਕੇ ਵੱਜਦੀ ਹੈ। ਤੇ ਜਦੋਂ ਸੀਨੇ 'ਚ ਜਾ ਕੇ ਵੱਜੇਗੀ ਤੇ ਫਿਰ ਪੈਰੀਕਾਰਡਾਈਟਸ ਜਿਹੜਾ ਉਹ ਫਿਰ ਹੋਏਗਾ, ਤੇ ਜਾਨਵਰ ਜਿਹੜਾ ਵਿਚਾਰਾ
ਫਿਰ ਪੱਠੇ ਛੱਡ ਜਾਏਗਾ। ਇਹੋ ਜਿਹਾ ਜਾਨਵਰ ਦਾ ਜਿਹੜੀ ਰੰਗ ਹੈ, ਰੰਗਤ ਹੈ, ਉਹ ਵੇਖੋਗੇ ਉਹ ਸੁਰਖੀ ਮਾਰ ਹੋਣਾ ਸ਼ੁਰੂ ਹੋ ਜਾਏਗੀ। ਔਰ ਝਾਲਰ ਜਿਹੜੀ ਹੈ ਉੱਥੇ ਸੋਚ ਪਏਗੀ, ਚਬਾੜੀ ਥੱਲੇ ਸੋਚ ਪਏਗੀ। ਜਿਹੜੀ ਕੌਲੀ ਹੈ ਜਾਨਵਰ ਦੀ, ਜਾਨਵਰ ਦਾ ਜਿਹਨੂੰ ਕਹਿੰਦੇ ਨੇ ਸੀਨਾ, ਕੌਲੀ ਜਾਨਵਰ ਦੀ ਜਿਹੜੀ ਹੈ ਉਹ ਸੋਜੇਗੀ। ਜਿਸ ਤਰ੍ਹਾਂ ਜੇ ਕੌਲੀ ਜਾਨਵਰ ਦੀ ਸੋਜੇਗੀ ਤੇ ਫਿਰ ਸਮਝੋ ਜਾਨਵਰ ਨੂੰ ਇਹ ਫਾਰਨ ਬਾਡੀ ਦਾ ਕੇਸ, ਜਿਹਨੂੰ ਆਮ ਤੌਰ ਲੋਹਾ, ਕੋਈ ਜਾਨਵਰ ਜਿਹੜੇ ਲੋਹਾ ਖਾ ਲੈਂਦੇ, ਤਾਰਾਂ ਖਾ ਲੈਂਦੀਆਂ ਨੇ, ਜਿਹੜੀ ਉਜਰੀ ਹੈ ਉਹਦੇ ਵਿੱਚ ਬਸਾ ਖੁਆਤ ਜਿਹੜੇ ਨੱਟ ਨੇ, ਕਾਬਲੇ ਜਿਹੜੇ ਨੇ, ਉਹ ਜਾਨਵਰ ਖਾ ਲੈਂਦਾ। ਇਸ ਵਾਸਤੇ ਤੁਹਾਨੂੰ ਕਹਾਂਗਾ ਸਫਾਈ ਦਾ ਖਾਸ ਖਿਆਲ ਕਰਨਾ। ਤੁਸੀਂ ਸਫਾਈ ਨਿਸਫ ਈਮਾਨ ਹੈ, ਅਤੇ ਜਾਨਵਰ ਜਿਹੜਾ ਸਫਾਈ ਦੇ ਵਿੱਚ ਰਹਿੰਦਾ ਉਹ ਜਲਦੀ ਜਵਾਨ ਵੀ ਹੁੰਦਾ। ਜਿਵੇਂ ਇਹ ਵੇਖਿਓ ਤੇ ਵੱਛੀ ਆ ਮਾਸ਼ਾਅੱਲਾ ਵਲੈਤਨ ਹੈ, ਲੇਕਿਨ ਥੱਲੇ ਮਾਹੌਲ ਜਿਹੜਾ ਇਹਨੂੰ ਉਸ ਦੇ ਮੁਤਾਬਕ ਨਹੀਂ ਦਿੱਤਾ ਗਿਆ। ਉੱਤੇ ਗਰਮੀਆਂ 'ਚ ਤੁਹਾਨੂੰ ਕਿਹਾ ਕਿ ਪੱਖਿਆਂ ਦਾ ਇਸਤੇਮਾਲ ਲਾਜ਼ਮੀ ਕਰਨਾ ਯਕੀਨੀ ਬਣਾਓ, ਕਿਉਂਕਿ ਹਵਾ ਹੋਏਗੀ, ਕਰਾਸਿੰਗ ਦੀ ਹਵਾ ਹੋਏਗੀ, ਹਵਸ ਜਿਹੜੀ ਆ ਉਹ ਘੱਟ ਤੋਂ ਘੱਟ ਹੋਏਗਾ। ਜਾਨਵਰ ਰਿਲੈਕਸ ਹੋਏਗਾ, ਉਹ ਪੱਠੇ ਖਾਏਗਾ ਜਿਵੇਂ ਉਹ ਮਾਸ਼ਾਅੱਲਾ ਪ੍ਰੋਡਕਸ਼ਨ ਵੀ ਤੁਹਾਨੂੰ ਦੇਗਾ, ਦੁੱਧ ਦੇਗਾ, ਉਹ ਜਲਦੀ ਜਵਾਨ ਹੋਏਗਾ। ਇੱਕ ਤਾਂ ਇਹ ਗੱਲ ਕਹਿਣੀ ਹੈ। ਉਸ ਤੋਂ ਇਲਾਵਾ ਚਿੱਚੜਾਂ ਵਾਲੀ ਦਵਾਈ ਜਿਹੜੀ ਹੈ, ਕਿਉਂਕਿ ਅੱਜ ਕੱਲ੍ਹ ਚਿੱਚੜ ਜਿਹੜੇ ਨੇ ਉਹ ਬੜੀਆਂ ਤਬਾਹੀਆਂ ਲਾਉਂਦੇ ਪਏ ਨੇ। ਥਲੇਰੀਓਸਿਸ, ਬੇਬੇਜ਼ੀਓਸਿਸ, ਟ੍ਰਿਪਨੋਸੋਮੀਏਸਿਸ, ਇਹ ਜਿਹੜੀਆਂ ਬਿਮਾਰੀਆਂ ਨੇ ਖਾਸ ਤੌਰ 'ਤੇ ਚਿੱਚੜਾਂ ਤੋਂ ਆਉਂਦੀਆਂ ਨੇ, ਜਿਹਨੂੰ ਕਹਿੰਦੇ ਨੇ ਰੱਤ ਮੁਤਰਾ ਸਰਕਨ। ਇਹ ਜਿਹੜੀ ਹੈ ਤੁਹਾਡੇ ਜਾਨਵਰਾਂ ਦੀ ਖਾਸ ਤੌਰ 'ਤੇ ਜਿਹੜੀ ਵਲੈਤੀ ਗਾਵਾਂ ਨੇ, ਛੋਟੀਆਂ ਨੇ, ਵੱਡੇ ਨੇ, ਉਹਨਾਂ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਆਉਂਦੀ ਪਈ ਹੈ। ਜਾਨਵਰ ਨੂੰ ਇਹ ਚਿੱਚੜ ਜਿਹੜੇ ਨੇ ਵਧਣ ਨਹੀਂ ਦਿੰਦੇ। ਤੁਸੀਂ ਪੱਠੇ ਪਵਾ ਕੇ ਮਰ ਜਾਂਦੇ ਹੋ। ਜੋ ਪੱਠੇ ਜਾਨਵਰ ਹਜ਼ਮ ਕਰਦਾ ਉਹਦਾ ਖੂਨ ਬਣਦਾ, ਅਤੇ ਖੂਨ ਪੀਣੇ ਵਾਲੀ ਇਹ ਜਿਹੜੇ ਨੇ ਮੁਫਤ ਖੋਰੇ ਚਿੱਚੜ, ਇਹ ਤੁਹਾਡੇ ਜਾਨਵਰਾਂ ਦਾ ਖੂਨ ਚੂਸਦੇ ਪਏ ਨੇ, ਤੁਹਾਡੇ ਜਾਨਵਰਾਂ ਨੂੰ ਬਿਮਾਰ ਕਰਦੇ ਪਏ ਨੇ। ਅਤੇ ਤੁਸੀਂ ਇਹਨਾਂ ਬੇਜ਼ਬਾਨਾਂ ਨੂੰ ਤੁਸੀਂ ਆਪੇ ਬਚਾਉਣਾ ਹੈ। ਸੋਹਣਾ ਮਾਹੌਲ ਦੇਵੋ, ਸਾਫ਼ ਸੁਥਰੇ ਪੱਠੇ ਪਾਓ, ਸੋਹਣੇ ਪੱਠੇ ਪਾਓ, ਅਤੇ ਮਤਵਾਜ਼ਨ ਖੁਰਾਕ ਜਿਹੜੀ ਹੈ, ਬੈਲੈਂਸ ਡਾਈਟ, ਜਿਹਦੇ ਵਿੱਚ ਮੈਂ ਦੱਸਿਆ ਨਾ ਹਰ ਸ਼ੈ ਇੱਕ ਮਿਕਦਾਰ ਦੇ ਵਿੱਚ ਦੇਵੋ। ਅਤੇ ਇਹ ਵੇਖੋ ਨਾ TR ਜਿਹੜੇ ਨੇ ਉੱਥੇ ਪਾਏ ਨੇ, ਪੱਖੇ ਨਹੀਂ ਲੱਗੇ, ਪੱਖਿਆਂ ਦਾ ਤੁਸੀਂ ਲਾਜ਼ਮੀ ਇਸਤੇਮਾਲ ਕਰੋ, ਕਿਉਂਕਿ ਅੱਜ ਕੱਲ੍ਹ ਮੱਝਾਂ ਦਾ ਰੇਟ ਬੜਾ ਵੱਧ ਗਿਆ। ਮੱਝਾਂ ਬੜੀਆਂ ਮਹਿੰਗੀਆਂ ਨੇ, ਗਾਵਾਂ ਚੰਗੀਆਂ ਦੁੱਧ ਵਾਲੀਆਂ, ਉਹਨਾਂ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ। ਆਮ ਗਰੀਬ ਬੰਦਾ ਹੁਣ ਚੰਗਾ ਜਾਨਵਰ ਨਹੀਂ ਪਾ ਸਕਦਾ, ਅਤੇ ਜਿਹੜੇ ਜਾਨਵਰ ਤੁਹਾਡੇ ਕੋਲ ਨੇ ਤੁਸੀਂ ਉਹਨਾਂ ਦੀ ਚੰਗੀ ਰਾਖੀ ਕਰੋ, ਚੰਗਾ ਉਹਨਾਂ ਨੂੰ ਸਾਂਭੋ, ਸੋਹਣੇ ਪੱਠੇ ਪਾਓ, ਅਤੇ ਖਲ ਚੋਕਰ ਵੰਡਾ ਦਲੀਆ ਜੋ ਦਿੰਦੇ ਪਏ ਜੇ ਉਹ ਮਾਸ਼ਾਅੱਲਾ ਜਾਨਵਰ ਨੂੰ ਉਸ ਦੇ ਮੁਤਾਬਕ ਦੇਵੋ। ਹਰ 3 ਕਿਲੋ ਦੁੱਧ ਪਿੱਛੇ ਅਗਰ 6 ਕਿਲੋ ਦੁੱਧ ਕਰਦਾ ਪਿਆ ਅਤੇ ਤੁਹਾਡੇ ਜਾਨਵਰ ਨੂੰ ਜਨਾਬ ਜੀ ਉਹਦਾ ਹੱਕ ਬਣਦਾ ਕਿ ਤੁਸੀਂ ਉਹਨੂੰ 2 ਕਿਲੋ ਵੰਡਾ ਜਿਹੜਾ ਹੈ ਉਹ ਲਾਜ਼ਮੀ ਉਹ ਇਸਤੇਮਾਲ ਕਰਾਓ। ਇਸ ਤੋਂ ਇਲਾਵਾ ਹਰ 3 ਮਹੀਨਿਆਂ ਬਾਅਦ ਮਲਾਪਾਂ ਵਾਲੀ ਦਵਾਈ, ਪੇਟ ਦੇ ਕੀੜਿਆਂ ਦੀ ਦਵਾਈ ਜਿਹੜੀ ਹੈ ਉਹ ਆਪਣੇ ਜਾਨਵਰਾਂ ਨੂੰ ਤੁਸੀਂ ਦਿੰਦੇ ਰਹੋਗੇ, ਅਤੇ ਯਕੀਨ ਮੰਨੋ ਤੁਹਾਡਾ ਜਾਨਵਰ ਸੌਖਾ ਰਹੇਗਾ। ਉਹ 'ਚ ਖੂਨ ਦੀ ਕਮੀ ਨਹੀਂ ਹੋਏਗੀ, ਐਨੀਮੀਆ ਨਹੀਂ ਹੋਏਗਾ। ਗਰਮੀਆਂ ਦੇ ਵਿੱਚ ਜਾਂ ਸਰਦੀਆਂ 'ਚ ਜਿਹੜੀ ਇੱਕ ਵਜ੍ਹਾ ਹੋਰ ਵੀ ਆਉਂਦੀ ਹੈ ਕਿ ਤੁਸੀਂ ਕਹਿੰਦੇ ਜਾਨਵਰ ਬੋਲਦਾ ਨਹੀਂ, ਜੇ ਬੋਲਦਾ ਉਹ ਗੱਭਣ ਨਹੀਂ ਹੁੰਦਾ ਪਿਆ, ਅਤੇ ਉਹਦੀ ਇੱਕ ਵਜ੍ਹਾ ਇਹ ਵੀ ਹੈ, ਇੱਕ ਨਮਕੀਆਤ ਦੀ ਕਮੀ ਹੈ। ਦੂਸਰਾ ਪੇਟ ਦੇ ਵਿੱਚ ਦੇਖੋ ਨਾ ਰੂਮਨ ਹੈ, ਰੈਟੀਕੂਲਮ ਹੈ, ਓਮੇਜ਼ਮ ਹੈ, ਐਬੋਮੇਜ਼ਮ ਹੈ, ਇਹਨਾਂ ਵਿੱਚ ਮਲੱਪ ਮੌਜੂਦ ਨੇ, ਕਿਰਮ ਜਿਹੜੇ ਨੇ ਉਹ ਮੌਜੂਦ ਨੇ। ਬਾਹਰ ਜਿਹੜੇ ਨੇ ਉਹਨੂੰ ਚਿੱਚੜ ਵੀ ਲੱਗੇ ਨੇ, ਜੂਆਂ ਲੱਗੀਆਂ ਨੇ, ਐਕਸਟਰਨਲ ਪੈਰਾਸਾਈਟ, ਅਤੇ ਇਹ ਜਾਨਵਰ ਨੂੰ ਵਧਣ ਨਹੀਂ ਦਿੰਦੇ, ਇਹ ਗੋਸ਼ਤ ਨਹੀਂ ਬਣਨ ਦਿੰਦੇ। ਤੁਹਾਡਾ ਜਾਨਵਰ ਅਕਸਰ ਬਿਮਾਰ ਰਹਿੰਦਾ, ਅਤੇ ਤੁਸੀਂ ਇਹਨਾਂ ਵਾਸਤੇ ਚੰਗੀ ਜਿਹੜੇ ਡਿਵਰਮਨ ਨੇ, ਬਰੌਡ ਸਪੈਕਟਰਮ, ਜਿਹੜੇ ਮੈਚੋਰ ਅਤੇ ਇਮੈਚੋਰ ਜਿਹੜੇ ਨੇ ਪੈਰਾਸਾਈਟ, ਉਹਨਾਂ ਦੇ ਐਗਜ਼ ਨੂੰ ਉਹ ਵੀ ਮਾਰਨ, ਉਹ ਤੁਸੀਂ ਉਹਦਾ ਇਸਤੇਮਾਲ ਯਕੀਨੀ ਬਣਾਓ। ਵੈਕਸੀਨ ਜਿਹੜੀ ਹੈ ਉਹ ਲਾਜ਼ਮੀ ਕਰੋ। ਹੁਣ ਬਰਸਾਤ ਦਾ ਮੌਸਮ ਹੈ, ਅਤੇ ਇਹ ਜਿਹੜੀਆਂ ਝੋਟੀਆਂ ਨੇ ਮੱਝਾਂ, ਅਤੇ ਖ਼ਾਸ ਤੌਰ 'ਤੇ ਇਹ ਵੇਖੋ ਨਾ ਮੱਝਾਂ ਨੇ, ਇਹ ਪਿੱਛੇ ਮੇਰੇ ਵੇਖਦੇ ਪਏ ਜੇ, ਇਹ ਜਿਹੜੀਆਂ ਮੱਝਾਂ ਨੇ ਦੋਏ, ਜਿਸ ਟਾਈਮ ਬਰਸਾਤ ਬਾਰਿਸ਼ ਪਏਗੀ, ਪਾਣੀ ਇੱਥੇ ਖਲੋਏਗਾ, ਹਬਸ ਹੋਏਗੀ, ਅਤੇ ਇੱਕਦਮ HS ਜਿਹਨੂੰ ਅਸੀਂ ਕਹਿੰਦੇ ਹਾਂ ਹੈਮਰੈਜਿਕ ਸੈਪਟੀਸੀਮੀਆ, ਜਾਂ ਜਿਹੜੀ ਸਭ ਤੋਂ ਖਤਰਨਾਕ ਬਿਮਾਰੀ ਹੈ ਗਲਘੋਟੂ, ਉਹਦੀ ਬਿਮਾਰੀ ਝੋਟੀਆਂ 'ਚ ਇੱਕਦਮ ਆਉਂਦੀ ਹੈ, ਅਤੇ ਤੁਸੀਂ ਆਪਣੇ ਜਾਨਵਰ ਨੂੰ ਆਪੇ ਬਚਾਉਣਾ ਹੈ। ਵੈਕਸੀਨ ਉਹਦੀ ਲਾਜ਼ਮੀ ਕਰਾਓ। ਮੌਸਮ ਨੂੰ ਖੁਸ਼ਕ ਰੱਖੋ, ਥੱਲੇ ਪਾਣੀ ਨਾ ਖੜਾ ਹੋਣ ਦੇਵੋ, ਅਤੇ ਹਵਾਦਾਰ ਜਿਹੜਾ ਸਿਸਟਮ ਉਹ ਲਾਜ਼ਮੀ ਬਣਾਓ, ਕਿਉਂਕਿ ਇਹ ਵੇਖੋ ਕੋਈ ਇੱਕ ਵੀ ਪੱਖਾ ਨਹੀਂ ਲੱਗਾ, ਅਤੇ ਪੱਖਾ ਕਿੰਨੇ ਦਾ ਆ ਜਾਏਗਾ? ਉਹ 10,000 12,000 ਦਾ ਚੰਗਾ ਪੱਖਾ ਜਿਹੜਾ
ਉਹ ਤੁਹਾਨੂੰ ਮਿਲ ਜਾਏਗਾ। ਲੇਕਿਨ ਇਹ ਜਾਨਵਰ ਲੱਖਾਂ ਦੇ ਨੇ ਤੇ ਤੁਹਾਡੇ ਕੋਲ ਸਭ ਤੋਂ ਵੱਡੀ ਨੇਮਤ ਜਿਹੜੀ ਹੈ ਤੁਹਾਡਾ ਸਾਸਾ, ਤੁਹਾਡਾ ਕੈਸ਼, ਇਹ ਕੀਮਤੀ ਜਾਨਵਰ ਨੇ। ਇਹ ਮਾਸ਼ਾਅੱਲਾ ਤੰਦਰੁਸਤ ਰਹਿਣਗੇ, ਸਿਹਤਮੰਦ ਰਹਿਣਗੇ, ਇਹ ਤੁਹਾਨੂੰ ਦੁੱਧ ਵੀ ਦੇਣਗੇ, ਨਸਲ ਵੀ ਤੁਹਾਡੀ ਵਧਾਉਣਗੇ। ਇਸ ਵਾਸਤੇ ਤੁਸੀਂ ਜਿਹੜਾ ਇਹਨਾਂ ਦਾ ਬੜਾ ਹੀ ਖਿਆਲ ਕਰਨਾ ਹੈ। ਤੇ ਅੱਜ ਦੇ ਇਸ ਛੋਟੇ ਜਿਹੇ ਸੈਸ਼ਨ ਦੇ ਵਿੱਚ ਮੈਂ ਆਪਣੇ ਵੀਰਾਂ ਨੂੰ ਇਹੀ ਰਿਕੁਐਸਟ ਕਰਾਂਗਾ ਕਿ ਤੁਸੀਂ ਨਸਲ ਚੰਗੀ ਰੱਖੋ ਜਾਨਵਰਾਂ ਦੀ, ਬਹੁਤੇ ਜਾਨਵਰ ਨਾ ਰੱਖੋ। ਜਿਨ੍ਹਾਂ ਨੂੰ ਸੋਹਣੇ ਪੱਠੇ ਪਾ ਸਕਦੇ, ਸੋਹਣੀ ਖੁਰਾਕ, ਬੈਲੈਂਸ ਡਾਈਟ ਤੁਸੀਂ ਦੇ ਸਕਦੇ ਜੇ, ਉਹਨਾਂ ਦਾ ਰੱਖ ਰਖਾਓ ਚੰਗਾ ਕਰ ਸਕਦੇ ਜੇ, ਉਹ ਰੱਖੋ। ਤੇ ਇਨਸ਼ਾਅੱਲਾ ਇਸ ਕੰਮ ਦੇ ਵਿੱਚ ਘਾਟਾ ਕੋਈ ਨਹੀਂ, ਬਸ਼ਰਤੇ ਤੁਸੀਂ ਧਿਆਨ ਨਾਲ, ਟਾਈਮ ਦੇ ਨਾਲ ਹਰ ਕੰਮ ਕਰਨਾ ਹੈ। ਤੇ ਚਿਚੜਾਂ ਤੋਂ ਆਪਣੇ ਜਾਨਵਰ ਨੂੰ ਲਾਜ਼ਮੀ ਬਚਾਓ। ਮਲਾਪਾਂ ਦੀ ਦਵਾਈ ਜਿਹੜੀ ਹੈ ਉਹ ਹਰ 2.5-3 ਮਹੀਨਿਆਂ ਬਾਅਦ ਉਹ ਦੇਵੋ। ਤੇ ਜਾਨਵਰਾਂ ਦੀ ਕੈਟਾਗਰੀ ਜਿਹੜੀ ਹੈ ਉਹ ਲਾਜ਼ਮੀ